Hello students, hope you all are well and staying safe and healthy at home. Students, in this COVID-19, we must take some safety precautions like washing our hands, using sanitizers, keeping the social distancing and wearing mask. So ਅੱਜ ਦਾ ਜੋ ਸਾਡਾ ਟੌਪਿਕ ਹੈ that is anodizing. Anodizing ਵੀ ਇੱਕ metallic coating process ਹੈ। ਇਸ ਪਹਿਲਾਂ ਦੇਖ ਲੈਂਦੇ ਹਾਂ ਕਿ anodizing ਹੈ ਕੀ। It is the surface modification process, surface ਨੂੰ modify ਕਰਦੇ ਹਾਂ। ਮੈਟਲ ਟੂ ਬੀ ਪ੍ਰੋਸੈਸਡ ਇਜ਼ ਮੇਡ ਐਨੋਡ। ਜਿਹੜੇ ਮੈਟਲ ਦੇ ਉੱਪਰ ਪ੍ਰੋਸੈਸਿੰਗ ਕਰਨੀ ਆ ਆਪਾਂ ਦੈਟ ਇਜ਼ ਮੇਡ ਐਸ ਐਨੋਡ। ਆਕਸਾਈਡ ਦੀ ਲੇਅਰ ਆਪਾਂ ਕ੍ਰੀਏਟ ਕਰਦੇ ਹਾਂ ਮੈਟਲ ਦੇ ਉੱਪਰ। ਸੋ ਕਰੋਜ਼ਨ ਰੈਜ਼ਿਸਟੈਂਟ ਪ੍ਰੋਸੈਸ ਹੈ। ਇਲੈਕਟ੍ਰੋ ਪਲੇਟਿੰਗ ਵੀ ਜਿਹੜਾ ਸੀਗਾ ਸਾਡਾ ਇੱਕ ਕਰੋਜ਼ਨ ਰੈਜ਼ਿਸਟੈਂਟ ਪ੍ਰੋਸੈਸ ਸੀਗਾ, ਜਾਂ ਅਸੀਂ ਮੈਟਲ ਦੀ ਸਪਰੇਇੰਗ ਕਰਦੇ ਸੀਗੇ ਉਹ ਵੀ ਇੱਕ ਕਰੋਜ਼ਨ ਰੈਜ਼ਿਸਟੈਂਟ ਪ੍ਰੋਸੈਸ ਹੈ। ਮੀਨਸ ਜੋ ਵੀ ਸਾਡੇ ਪ੍ਰੋਸੈਸਿਸ ਹੈ, ਮੈਟਲ ਸਪਰੇਇੰਗ ਹੋ ਗਿਆ, ਇਲੈਕਟ੍ਰੋਪਲੇਟਿੰਗ ਹੋ ਗਿਆ, ਕੋਟਿੰਗ ਪ੍ਰੋਸੈਸਿਸ, ਉਹਨਾਂ ਦੇ ਵਿੱਚ ਕਰੋਜ਼ਨ ਰੈਜ਼ਿਸਟੈਂਟ ਕੀ ਹੋਏਗਾ, ਕਰੋਜ਼ਨ ਰੈਜ਼ਿਸਟੈਂਟ ਤਾਂ ਹੁੰਦੇ ਹੀ ਹੈ ਪ੍ਰੋਸੈਸਿਸ ਉਹ ਸਾਰੇ। ਸਿਮਿਲਰਲੀ ਐਨੋਡਾਈਜ਼ਿੰਗ ਇਜ਼ ਆਲਸੋ ਏ ਕਰੋਜ਼ਨ ਰੈਜ਼ਿਸਟੈਂਟ ਪ੍ਰੋਸੈਸ ਔਰ ਵੇਅਰ ਐਂਡ ਟੀਅਰ ਰੈਜ਼ਿਸਟੈਂਟ ਪ੍ਰੋਸੈਸ ਵੀ ਹੈ ਇਹ। ਸਰਫੇਸ ਜਦੋਂ ਆਪਾਂ ਐਨੋਡਾਈਜ਼ਿੰਗ ਕਰ ਦਿੰਦੇ ਹਾਂ ਤਾਂ ਸਰਫੇਸ ਜਿਹੜਾ ਹੋਏਗਾ ਜਿਹਦੇ ਉੱਪਰ ਆਪਾਂ ਐਨੋਡਾਈਜ਼ਿੰਗ ਕਰਾਂਗੇ ਦੈਟ ਕੈਨ ਬੀ ਈਜ਼ੀਲੀ ਪੇਂਟਡ ਔਰ ਈਜ਼ੀ ਇੰਸਰਸ਼ਨ ਆਫ ਡਾਈ ਯੂਜ਼ਿੰਗ ਦ ਐਨੋਡਾਈਜ਼ਿੰਗ ਪ੍ਰੋਸੈਸ। ਰਿਕੁਆਇਰਮੈਂਟਸ ਕੀ ਹੈ ਐਨੋਡਾਈਜ਼ਿੰਗ ਪ੍ਰੋਸੈਸ ਦੀਆਂ। ਡੀਸੀ ਬੈਟਰੀ ਸਾਨੂੰ ਚਾਹੀਦੀ ਹੈ, ਆਲਮੋਸਟ 6 ਵੋਲਟ ਬੈਟਰੀ। ਉਸ ਤੋਂ ਬਾਅਦ ਤੁਸੀਂ ਇਲੈਕਟ੍ਰੋਲਾਈਟ ਯੂਜ਼ ਕਰਦੇ ਹੋ। ਦੈਨ ਇਜ਼ ਯੋਰ ਐਨੋਡ। ਐਨੋਡ ਮੀਨਸ ਮਟੀਰੀਅਲ ਟੂ ਬੀ ਪ੍ਰੋਸੈਸਡ, ਮਟੀਰੀਅਲ ਟੂ ਬੀ ਐਨੋਡਾਈਜ਼ਡ। ਜਿਹੜੇ ਮਟੀਰੀਅਲ ਦੇ ਉੱਪਰ ਆਪਾਂ ਐਨੋਡਾਈਜ਼ਿੰਗ ਕਰਨੀ ਹੈ ਉਹਨੂੰ ਆਪਾਂ ਐਨੋਡ ਬਣਾਉਂਦੇ ਹਾਂ। ਮੀਨਸ ਉਹਨੂੰ ਆਪਾਂ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਦੇ ਨਾਲ ਕਨੈਕਟ ਕਰਦੇ ਹਾਂ ਜਿਹੜੇ ਮਟੀਰੀਅਲ ਦੇ ਉੱਪਰ ਐਨੋਡਾਈਜ਼ਿੰਗ ਆਪਾਂ ਕਰਨੀ ਹੈ। ਐਂਡ ਕੈਥੋਡ, ਕੈਥੋਡ ਐਕਚੁਅਲੀ ਜੋ ਆਪਾਂ ਯੂਜ਼ ਕਰਾਂਗੇ ਦੈਟ ਵਿਲ ਬੀ ਦਾ ਪੈਸਿਵ ਕੈਥੋਡ, ਮਤਲਬ ਜਿਹਦੀ ਜ਼ਿਆਦਾ ਐਕਟਿਵ ਰਿਐਕਸ਼ਨਸ ਨਹੀਂ ਹੋਏਗੀ। ਪੈਸਿਵ ਕੈਥੋਡ ਆਪਾਂ ਯੂਜ਼ ਕਰਾਂਗੇ। ਸੋ ਉਹ ਵਾਲਾ ਕੈਥੋਡ ਆਪਾਂ ਉਸ ਮਟੀਰੀਅਲ ਦਾ ਯੂਜ਼ ਕਰਾਂਗੇ ਜਿਹਦਾ ਇਲੈਕਟ੍ਰੋਕੈਮੀਕਲ ਪੋਟੈਂਸ਼ੀਅਲ ਜਿਹੜਾ ਹੋਏਗਾ ਦੈਟ ਇਜ਼ ਆਲਮੋਸਟ ਜ਼ੀਰੋ। ਕਿਉਂ ਜ਼ੀਰੋ? ਕਿਉਂਕਿ ਆਪਾਂ ਜਿਸ ਮਟੀਰੀਅਲ ਦੀ ਪ੍ਰੋਸੈਸਿੰਗ ਕਰਨੀ ਹੈ ਉਹਨੂੰ ਆਪਾਂ ਐਨੋਡ ਬਣਾਤਾ, ਉਹਨੂੰ ਆਪਾਂ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਦੇ ਨਾਲ ਅਟੈਚ ਕਰ ਦਿੱਤਾ। ਔਰ ਕੈਥੋਡ ਅਸੀਂ ਚਾਹੁੰਦੇ ਹਾਂ ਕਿ ਉਹ ਰਿਐਕਟ ਨਾ ਕਰੇ ਉਸ ਰਿਐਕਸ਼ਨ ਦੇ ਵਿੱਚ। ਸੋ ਕੈਥੋਡ ਇਜ਼ ਮੇਡ ਐਜ਼ ਪੈਸਿਵ, ਮੀਨਸ ਉਹ ਮਟੀਰੀਅਲ ਜਿਹਦਾ ਇਲੈਕਟ੍ਰੋਕੈਮੀਕਲ ਪੋਟੈਂਸ਼ੀਅਲ ਇਜ਼ ਆਲਮੋਸਟ ਜ਼ੀਰੋ ਉਹਨੂੰ ਆਪਾਂ ਕੈਥੋਡ ਬਣਾਵਾਂਗੇ। ਸੋ ਇਲੈਕਟ੍ਰੋਲਾਈਟ ਆਪਾਂ ਯੂਜ਼ ਕਰਦੇ ਹਾਂ ਇਹਦੇ ਵਿੱਚ, ਡਾਇਲੂਟ H2SO4 ਆਪਾਂ ਯੂਜ਼ ਕਰ ਸਕਦੇ ਹਾਂ। ਔਰ ਜਿਹੜੀ ਇਹਦੀ ਕੰਸਨਟ੍ਰੇਸ਼ਨ ਹੈ that can be increased or decreased, that depends upon the coating कि coating मतलब किस तरह की करनी है ਉਹਦੇ ਉੱਪਰ डिपेंड करेगा कि ਅਸੀਂ ਉਹਦੀ ਜਿਹੜੀ ਕੰਸਨਟ੍ਰੇਸ਼ਨ ਹੈ ਆਪਾਂ ਵਧਾ ਵੀ ਸਕਦੇ ਹਾਂ ਜਾਂ ਆਪਾਂ ਘਟਾ ਵੀ ਸਕਦੇ ਹਾਂ। ਪਰ ਜਿਹੜਾ ਸੋਲੂਸ਼ਨ ਤੁਸੀਂ ਯੂਜ਼ ਕਰੋਗੇ that will be the dilute H2SO4 solution। ਵਰਕਿੰਗ ਦੇਖ ਲੈਂਦੇ ਹਾਂ, ਇੱਕ ਐਗਜ਼ਾਮਪਲ ਲੈਂਦੇ ਹਾਂ। ਸਪੋਜ਼ ਤੁਸੀਂ ਐਲੂਮੀਨੀਅਮ ਨੂੰ ਐਨੋਡਾਈਜ਼ ਕਰਨਾ। ਹੁਣ ਕੁਐਸਚਨ ਸਭ ਤੋਂ ਪਹਿਲਾਂ ਅਰਾਈਜ਼ ਹੁੰਦਾ ਕਿ ਐਲੂਮੀਨੀਅਮ ਦੀ ਐਨੋਡਾਈਜ਼ਿੰਗ ਕਿਉਂ ਕਰਨੀ ਹੈ। ਸੋ ਐਲੂਮੀਨੀਅਮ ਐਨੋਡਾਈਜ਼ਿੰਗ ਇਜ਼ ਡਨ ਬਿਕੋਜ਼ ਆਫ ਲੋ ਸਪੈਸੀਫਿਕ ਗ੍ਰੈਵਿਟੀ ਦੇ ਕਾਰਨ। ਮਕੈਨੀਕਲ ਪ੍ਰੋਪਰਟੀਜ਼ ਉਹਦੇ ਵਿੱਚ ਬੈਟਰ, ਉਹਦੇ ਵਿੱਚ ਅੱਛੀਆਂ ਮਕੈਨੀਕਲ ਪ੍ਰੋਪਰਟੀਜ਼ ਹੁੰਦੀਆਂ ਇਸ ਕਰਕੇ। ਉਸ ਤੋਂ ਬਾਅਦ ਡੈਕੋਰੇਟਿਵ ਐਸਪੈਕਟਸ, ਤੁਸੀਂ ਐਲੂਮੀਨੀਅਮ ਨੂੰ ਡੈਕੋਰੇਟਿਵ ਪਰਪਸਿਸ ਦੇ ਵਾਸਤੇ ਵੀ ਯੂਜ਼ ਕਰ ਸਕਦੇ ਹੋ। ਇਸ ਕਰਕੇ ਤੁਸੀਂ ਐਲੂਮੀਨੀਅਮ ਐਨੋਡਾਈਜ਼ਿੰਗ ਕਰਦੇ ਹੋ। ਹੁਣ ਐਨੋਡਾਈਜ਼ਿੰਗ ਤੋਂ ਬਾਅਦ ਕੀ ਹੁੰਦਾ, ਜਦੋਂ ਤੁਸੀਂ ਐਲੂਮੀਨੀਅਮ ਦੀ ਐਨੋਡਾਈਜ਼ਿੰਗ ਕਰ ਲੈਂਦੇ ਹੋ ਇੱਕ ਆਕਸਾਈਡ ਦੀ ਲੇਅਰ ਕ੍ਰੀਏਟ ਹੋ ਜਾਂਦੀ ਹੈ, ਆਕਸਾਈਡ ਲੇਅਰ ਫਾਰਮੇਸ਼ਨ ਹੋ ਜਾਂਦੀ ਹੈ। ਉਹ ਆਪਾਂ ਪਹਿਲੇ ਵੀ ਕਿਹਾ ਕਿ ਪ੍ਰੋਸੈਸ ਹੀ ਹੈ ਕਿ ਆਕਸਾਈਡ ਲੇਅਰ ਇਜ਼ ਕ੍ਰੀਏਟਿਡ। ਉਸ ਤੋਂ ਬਾਅਦ ਜਦੋਂ ਇੱਕ ਵਾਰੀ ਆਕਸਾਈਡ ਲੇਅਰ ਕ੍ਰੀਏਟ ਹੋ ਗਈ ਤਾਂ ਫਰਦਰ ਆਕਸੀਡੇਸ਼ਨ ਨਹੀਂ ਹੁੰਦੀ, ਮੀਨਸ ਕਰੋਜ਼ਨ ਨਹੀਂ ਹੁੰਦੀ ਐਲੂਮੀਨੀਅਮ, no further oxidation or corrosion of aluminium। प्रोटेक्शन फ्रॉम वेयर एंड टीयर, मटीरियल थोड़ा वेयर एंड टीयर रेजिस्टेंट बन जाता, थोड़ा रफ एंड टफ मटीरियल बन जाता है यूजिंग द एनोडाइजिंग प्रोसैस। एक डायग्राम है, इस डायग्राम के एक इलैक्ट्रोलाइट सोल्यूशन है जिहड़ा आपां गल कीती सी कि डायल्यूट H2SO4 सोल्यूशन है। और उहदी कंसनट्रेशन नूं आपां वधा भी सकते हैं घटा भी सकते हैं, डिपेंड करेगा कोटिंग लैवल के उपर, एनोडाइजिंग के उपर। पॉजिटिव टर्मिनल ऑफ द बैटरी इज कनैक्टेड टू द एनोड। एनोड की चीज़ है जिहड़े मटीरियल के उपर प्रोसैसिंग करनी है। इत्थे आपां एलूमीनियम के उपर प्रोसैसिंग करनी है, एलूमीनियम नूं एनोडाइज करना। सो पॉजिटिव टर्मिनल इज कनैक्टेड टू दिस एलूमीनियम एनोड एंड नेगेटिव टर्मिनल इज कनैक्टेड टू द कैथोड। कैथोड किहड़ा, दैट इज द पैसिव कैथोड, मीनस जिहदा इलैक्ट्रोकैमिकल पोटेंशियल ऑलमोस्ट जीरो होएगा
ਤਾਂ ਜੋ ਜਿਹੜਾ ਸਾਡਾ ਕੈਥੋਡ ਮਟੀਰੀਅਲ ਹੈ ਉਹ ਇਸ ਰਿਐਕਸ਼ਨ ਦੇ ਵਿੱਚ ਪਾਰਟਿਸਿਪੇਟ ਨਾ ਕਰੇ, ਦੈਟ ਸ਼ੁੱਡ ਰਿਮੇਨ ਐਜ਼ ਪੈਸਿਵ। ਹੋਏਗਾ ਕਿ ਜਦੋਂ ਆਪਾਂ ਕਰੰਟ ਪਾਸ ਕਰਾਂਗੇ, ਜਦੋਂ ਆਪਾਂ ਕਰੰਟ ਪਾਸ ਕੀਤਾ ਤਾਂ ਇਹ ਜਿਹੜਾ H2SO4 ਸੋਲੂਸ਼ਨ ਹੈ ਇਹਦੇ ਵਿੱਚ ਆਕਸੀਜਨ ਆਇਨਸ ਔਰ ਹਾਈਡਰੋਜਨ ਆਇਨਸ ਦੇ ਵਿੱਚ ਇਹ ਬ੍ਰੇਕ ਕਰ ਜਾਏਗਾ। ਜਦੋਂ ਆਕਸੀਜਨ ਆਇਨਸ ਜਿਹੜੇ ਹੋਣਗੇ ਉਹ ਐਲੂਮੀਨੀਅਮ ਦੇ ਨਾਲ ਕੰਬਾਈਨ ਹੋਣਗੇ, ਠੀਕ ਹੈ, ਉਹ ਐਲੂਮੀਨੀਅਮ ਦੇ ਵੱਲ ਜਾਣਗੇ। ਸੋ ਐਲੂਮੀਨੀਅਮ ਦੇ ਨਾਲ ਉਹ ਆਕਸੀਜਨ ਆਇਨਸ ਜਿਹੜੇ ਹੋਣਗੇ ਕੰਬਾਈਨ ਹੋ ਕੇ ਐਲੂਮੀਨੀਅਮ ਆਕਸਾਈਡ ਬਣਾ ਦੇਣਗੇ। ਮੀਨਸ ਇੱਕ ਆਕਸਾਈਡ ਦੀ ਲੇਅਰ ਬਣ ਗਈ ਇਸ ਮੈਟਲ ਦੇ ਉੱਪਰ। ਜਿਹੜਾ ਐਲੂਮੀਨੀਅਮ ਆਕਸਾਈਡ ਬਣ ਜਾਏਗਾ ਇਹਦੇ ਉੱਪਰ, ਦੈਟ ਇਜ਼ ਆਵਰ ਰਿਕੁਆਇਰਡ ਪ੍ਰੋਡਕਟ। ਕਿਉਂਕਿ ਆਪਾਂ ਆਲਰੇਡੀ ਗੱਲ ਕੀਤੀ ਕਿ ਦੈਟ ਇਜ਼ ਦਾ ਆਕਸਾਈਡ ਲੇਅਰ ਫਾਰਮੇਸ਼ਨ ਪ੍ਰੋਸੈਸ, ਇੱਕ ਆਕਸਾਈਡ ਦੀ ਲੇਅਰ ਕ੍ਰੀਏਟ ਕਰ ਦਿੱਤੀ ਜਾਂਦੀ ਹੈ। ਸੋ ਜਦੋਂ ਆਕਸੀਜਨ ਦੇ ਆਇਨਸ ਇਸ ਸੋਲੂਸ਼ਨ ਦੇ ਵਿੱਚੋਂ ਐਲੂਮੀਨੀਅਮ ਦੇ ਉੱਪਰ ਡਿਪੋਜ਼ਿਟ ਹੋ ਗਏ, ਉਹਨਾਂ ਨੇ ਇੱਕ ਐਲੂਮੀਨੀਅਮ ਆਕਸਾਈਡ ਬਣਾਤੀ ਜਿਹੜਾ ਕਿ ਸਾਡਾ ਇੱਕ ਰਿਕੁਆਇਰਡ ਪ੍ਰੋਡਕਟ ਹੈ। ਔਰ ਜਿਹੜੇ ਤੁਹਾਡੇ ਹਾਈਡਰੋਜਨ ਆਇਨਸ ਹੋਣਗੇ ਦੈਟ ਵਿਲ ਗੋ ਟੂਵਰਡਸ ਦਿਸ ਕੈਥੋਡ, ਠੀਕ ਹੈ। ਪਰ ਜਿਹੜਾ ਕੈਥੋਡ ਹੈ ਦੈਟ ਇਜ਼ ਅ ਪੈਸਿਵ, ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ। ਤਾਂ ਜੋ ਉਹ ਐਕਟਿਵਲੀ ਪਾਰਟਿਸਿਪੇਟ ਨਾ ਕਰੇ ਰਿਐਕਸ਼ਨ ਦੇ ਵਿੱਚ, ਉਹਦਾ ਇਲੈਕਟ੍ਰੋਕੈਮੀਕਲ ਜਿਹੜਾ ਪੋਟੈਂਸ਼ੀਅਲ ਹੈ ਦੈਟ ਇਜ਼ ਆਲਮੋਸਟ ਜ਼ੀਰੋ, ਠੀਕ ਹੈ। ਸੋ that is the cathode. Passive cathode is used in this anodizing process. तो सो जिदा जिदा इलैक्ट्रिक करंट पास होंदा जाएगा H2SO4 सोल्यूशन दे विच आयन्स ब्रेकअप होंदे जाणगे और जिहड़ी ऑक्साइड है, जिहड़े ऑक्सीजन आयन्स है वो इस एलूमीनियम के उपर डिपोजिट होंदे जाणगे। मीनस एलूमीनियम की एनोडाइजिंग होंदी जाएगी, एलूमीनियम ऑक्साइड फॉर्म हो जाएगी, ये उपर एक ऑक्साइड की लेयर क्रिएट हो जाएगी, ठीक है, जिहड़ी कि उन्होंने करोजन रेजिस्टेंट या उसकी वेयर एंड टीयर रेजिस्टेंस उसकी इनक्रीज कर देगी, ठीक है। सो मीनस एनोडाइजिंग ऑफ द एलूमीनियम इज डन एट दिस एनोड। एडवांटेजिस देख लेने हैं एनोडाइजिंग प्रोसैस दियाँ। एक ऑक्साइड लेयर फॉर्म हो जाती है मैटल के उपर, नो फर्दर ऑक्सीडेशन, करोजन नहीं होंगी, वेयर एंड टीयर रेजिस्टेंट बन जाता मैटल जो भी तुहाडा, जिदा एलूमीनियम आप यूज़ किया जो उसकी एनोडाइजिंग हो गई तो वो जिहड़ा मटीरियल है, वो जिहड़ा प्रोडक्ट है, वो वेयर एंड टीयर इनक्रीज हो गई। लॉन्ग लास्टिंग लेयर, एक्चुअली एलूमीनियम उदा आप इन्वायरमेंट के विच रखीए तो ऑक्साइड लेयर बन जाती है, ठीक है, ऑक्साइड लेयर उत्ते डिपोजिट हो जाती है। पर वो जी ऑक्साइड लेयर डिपोजिट होंगी है दैट इज़ द टैंपररी। पर जो असीं एनोडाइज कर देंगे तो एनोडाइज करने तो बाद जी ऑक्साइड लेयर फॉर्मेशन होंगी है दैट इज़ द लॉन्ग लास्टिंग लेयर, ज़्यादा समय तक वो लेयर वो उपर स्टे करती है। इंडस्ट्रीयल एप्लीकेशंस, एलूमीनियम बीइंग द लाइटर मैटल, बहुत सारिया इंडस्ट्रीयल एप्लीकेशंस अजकल आप यूज़ कर रहे हैं। और जो एनोडाइज करके एलूमीनियम यूज़ करते हो मीनस वो उपर कोई वेयर एंड टीयर तुसी इनक्रीज कर दी, वो करोजन रेजिस्टेंट की प्रॉपर्टी इनक्रीज कर दी, तो वो इंडस्ट्रीयल एप्लीकेशन उसदियाँ होर ज़्यादा इनक्रीज हो जाती हैं। आर्कीटैक्चर परपज़ के वास्ते एलूमीनियम मटीरियल इज़ वेरी वाइडली यूज नावाडेज, ठीक है, क्योंकि सेम कि मटीरियल इज़ लाइट इन वेट और मटीरियल एनोडाइज करने तो बाद होर उहदियां एप्लीकेशनस की होंदियां इनक्रीज कर जांदियां आर्कीटैक्चर दे विच। एंड दिस सरफेस कैन बी ईजीली पेंटेड, जो तुसी एलूमीनियम की एनोडाइजिंग कर दी या किसी भी मटीरियल की तुसी एनोडाइजिंग कर देंदे हो तो दैट सरफेस कैन बी ईजीली पेंटेड। इस एनोडाइजिंग प्रोसैस के विच असीं एलूमीनियम की एग्जाम्पल लई सीगी जिहदे विच साडे कोल एलूमीनियम ऑक्साइड की लेयर एक फॉर्म हो गई प्रोडक्ट के उपर, सो दैट इज़ द रिक्वायर्ड प्रोडक्ट। असीं होर भी मटीरियल्स की एनोडाइजिंग कर सकते हैं, जिद्दां टाइटेनियम की एनोडाइजिंग की जा सकती है या जिंक की एनोडाइजिंग की जा सकती है टू गेट द रिक्वायर्ड प्रोडक्ट। So this was the anodizing process. Hope you have understood. In the next lecture, we will be doing some other metal coating processes. Thank you very much.